ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਨਿਸ਼ਾਨੇ ਤੇ ਕਿਸਾਨ ਲੀਡਰ ਰਵਨੀਤ ਬਿੱਟੂ ਨੇ ਸਵਾਲ ਚੁੱਕਦਿਆਂ ਕਿਹਾ, ਅੰਨਾ ਹਜ਼ਾਰੇ ਵਰਗਾ ਹੋਵੇਗਾ ਹਾਲ। ਤਾਂ ਬਰਿੰਦਰ ਢਿੱਲੋਂ ਨੇ ਵੀ ਦਿੱਤਾ ਬਿਆਨ, ਕਿਹਾ ਕਿਸਾਨਾਂ ਦੀ ਸ਼ਹਾਦਤ ਦਾ ਕੀਤਾ ਜਾ ਰਿਹਾ ਅਪਮਾਨ। ਖੇਤੀ ਕਾਨੂੰਨਾਂ ਤੇ ਦਿੱਤੇ ਬਿਆਨ ਤੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੀ ਸਫਾਈ, ਬੋਲੇ ਕਾਨੂੰਨ ਵਾਪਸ ਲਾਗੂ ਕਰਨ ਦਾ ਨਹੀਂ ਹੈ ਕੋਈ ਵਿਚਾਰ। ਕੱਲ ਬੋਲੇ ਸਨ, ਇੱਕ ਕਦਮ ਪਿੱਛੇ ਖਿੱਚਿਆ, ਅਸੀਂ ਫਿਰ ਅੱਗੇ ਵਧਾਵਾਂਗੇ। ਅਗਲੇ ਹਫ਼ਤੇ ਪੰਜਾਬ ਦੇ ਵਿੱਚ ਚੋਣ ਦੰਗਲ ਭਖਾਉਣਗੇ ਰਾਹੁਲ ਗਾਂਧੀ। 3 ਜਨਵਰੀ ਨੂੰ ਮੋਗਾ 'ਚ ਕਰਨਗੇ ਰੈਲੀ, ਪ੍ਰਚਾਰ ਦਾ ਫੂਕਣਗੇ ਬਿਗਲ। ਮਜੀਠੀਆ ਨੂੰ ਲੈ ਕੇ ਨਵਜੋਤ ਸਿੱਧੂ ਨੇ ਘੇਰੀ ਆਪਣੀ ਸਰਕਾਰ, ਬੋਲੇ ਜਦੋਂ ਤੱਕ ਗ੍ਰਿਫਤਾਰੀ ਨਹੀਂ ਹੋ ਜਾਂਦੀ ਚੈਨ ਦੇ ਨਾਲ ਨਹੀਂ ਬੈਠਾਂਗਾ। FIR ਦੀ ਖਾਨਾ ਪੂਰਤੀ ਨਾਲ ਨਹੀਂ ਚੱਲੇਗਾ ਕੰਮ। ਬਟਾਲਾ ਰੈਲੀ 'ਚ ਅਸ਼ਵਨੀ ਸੇਖੜੀ ਦੀ ਹਮਾਇਤ 'ਚ ਖੁੱਲ੍ਹ ਕੇ ਆਏ ਸਿੱਧੂ, ਕਿਹਾ ਹਲਕੇ ਦੇ ਵਿੱਚ ਨਹੀਂ ਆਉਣ ਦੇਵਾਂਗੇ ਪੈਰਾਸ਼ੂਟ ਉਮੀਦਵਾਰ। ਜਿਹੜੇ ਸਾਂਭ ਨਹੀਂ ਸਕੇ ਆਪਣਾ ਹਲਕਾ, ਉਹ ਕਿਵੇਂ ਜਿੱਤਣਗੇ ਸੀਟ। ਵਿਧਾਨ ਸਭਾ ਚੋਣਾਂ ਦੇ ਲਈ ਬੀਜੇਪੀ ਨੇ ਖਿੱਚੀ ਤਿਆਰੀ। ਜਲੰਧਰ ਦੇ ਵਿੱਚ ਹਾਈਟੈਕ ਚੋਣ ਦਫ਼ਤਰ ਦੀ ਕੀਤੀ ਸ਼ੁਰੂਆਤ। 2022 'ਚ ਸਰਕਾਰ ਬਣਾਉਣ ਦਾ ਭਰਿਆ ਦਮ। ਮੁਲਜ਼ਮ ਗਗਨਦੀਪ ਦੀ ਸਕੂਟੀ ਨਾਲ ਖੁੱਲ ਸਕਦੇ ਨੇ ਲੁਧਿਆਣਾ ਬਲਾਸਟ ਦੇ ਰਾਜ਼। ਪੁਲਿਸ ਨੇ ਬਰਾਮਦ ਕੀਤੀ ਸਫੇਦ ਰੰਗ ਦੀ ਐਕਟਿਵਾ। ਘਰੋਂ ਸਕੂਟੀ ਤੇ ਨਿਕਲਿਆ ਸੀ ਗਗਨਦੀਪ, ਪਰ ਕਾਰ 'ਚ ਪਹੁੰਚਿਆ ਕੋਰਟ। ਲੁਧਿਆਣਾ ਬੰਬ ਧਮਾਕੇ 'ਚ ਡਰੱਗ ਤਸਕਰੀ ਦੇ ਐਂਗਲ ਤੋਂ ਵੀ ਜਾਂਚ ਜਾਰੀ। ਸਮਗਲਰ ਗੁਰਦੀਪ ਰਾਣੋ ਦੇ ਰਿਸ਼ਤੇਦਾਰ ਨੂੰ ਪ੍ਰੋਡਕਸ਼ਨ ਫਰੰਟ ਤੇ ਲਿਆਈ ਪੁਲਿਸ। ਨਸ਼ੇ ਦੇ ਕੇਸ ਦੇ ਵਿੱਚ ਹੋਇਆ ਸੀ ਗ੍ਰਿਫਤਾਰ। ਪੰਚਕੂਲਾ 'ਚ ਓਮਿਕਰੋਨ ਦਾ ਪਹਿਲਾ ਕੇਸ। ਵਿਦੇਸ਼ ਤੋਂ ਪਰਤੀ ਲੜਕੀ ਦੀ ਰਿਪੋਰਟ ਆਈ ਪੋਜ਼ਿਟਿਵ। ਹਿਮਾਚਲ ਦੇ ਮੰਡੀ 'ਚ ਵੀ ਸਾਹਮਣੇ ਆਇਆ ਨਵੇਂ ਵੇਰੀਐਂਟ ਦਾ ਪਹਿਲਾ ਮਾਮਲਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ 'ਚ ਸਵਾਗਤ ਹੈ। ਗੱਲ ਕਰਾਂਗੇ ਕਿਸਾਨਾਂ ਦੇ ਸਿਆਸੀ ਮੋਰਚੇ ਦੀ। ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਕਿਸਾਨ ਲੀਡਰ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਸਾਨ ਆਗੂਆਂ ਤੋਂ ਸਵਾਲ ਪੁੱਛੇ ਨੇ ਤੇ ਕਿਹਾ ਕਿ ਇਨ੍ਹਾਂ ਕਿਸਾਨ ਲੀਡਰਾਂ ਦਾ ਹਾਲ ਅੰਨਾ ਹਜ਼ਾਰੇ ਵਰਗਾ ਹੋਵੇਗਾ। ਤੇ ਉਧਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਇਲਜ਼ਾਮ ਲਗਾਇਆ ਤੇ ਕਿਹਾ ਕਿ ਕਿਸਾਨ ਲੀਡਰਾਂ ਦੇ ਵੱਲੋਂ ਕਿਸਾਨਾਂ ਦੀ ਸ਼ਹਾਦਤ ਦਾ ਅਪਮਾਨ ਕੀਤਾ ਜਾ ਰਿਹਾ ਹੈ। ਦਰਅਸਲ ਕੱਲ ਹੀ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ, ਵੱਡਾ ਫੈਸਲਾ ਲਿਆ ਗਿਆ। ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਤੇ 117 ਸੀਟਾਂ ਤੇ ਚੋਣ ਲੜਨ ਦਾ ਵੀ ਦਮ ਭਰਿਆ ਗਿਆ। 22 ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ 22 ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਤੋਂ ਬਾਅਦ ਹੁਣ ਵੱਖ-ਵੱਖ ਤਰ੍ਹਾਂ ਦੀਆਂ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਕਾਂਗਰਸ ਦੇ ਆਗੂਆਂ ਦੇ ਵੱਲੋਂ ਇਸ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਰਵਨੀਤ ਬਿੱਟੂ ਨੇ ਟਵੀਟ ਕਰਦੇ ਹੋਏ ਲਿਖਿਆ ਤੇ ਸਵਾਲ ਕੀਤੇ ਨੇ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੂੰ ਕਿ ਕੀ ਪੰਜਾਬ ਚੋਣਾਂ ਦੇ ਲਈ MSP ਵਾਲੀ ਲੜਾਈ ਛੱਡ ਦਿੱਤੀ? ਕੀ ਕਿਸਾਨ ਆਗੂ ਪਹਿਲਾਂ ਹੀ ਸਿਆਸਤ ਤੋਂ ਪ੍ਰੇਰਿਤ ਸਨ? ਮਾਰੇ ਗਏ 700 ਕਿਸਾਨਾਂ ਤੇ ਲਖੀਮਪੁਰ ਦੇ ਪੀੜਤਾਂ ਦਾ ਇਨਸਾਫ। ਆਮ ਆਦਮੀ ਨੇ ਅੰਨਾ ਹਜ਼ਾਰੇ ਨੂੰ ਵਰਤ ਕੇ ਸੁੱਟ ਦਿੱਤਾ। ਹੁਣ ਇਨ੍ਹਾਂ ਕਿਸਾਨ ਲੀਡਰਾਂ ਦੇ ਨਾਲ ਵੀ ਇਹੀ ਹੋਵੇਗਾ। ਉਧਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਟਵੀਟ ਕਰਦੇ ਲਿਖਿਆ ਕਿ ਜੇ ਨਵਾਂ ਬਣਿਆ ਕਿਸਾਨ ਮੋਰਚਾ ਆਮ ਆਦਮੀ ਪਾਰਟੀ ਦੇ ਚਿੰਨ੍ਹ ਦੇ ਤਹਿਤ ਚੋਣ ਲੜਦਾ ਹੈ ਤਾਂ ਦਿੱਲੀ ਬਾਰਡਰ ਤੇ ਸ਼ਹੀਦ ਕਿਸਾਨਾਂ ਦਾ ਅਪਮਾਨ ਹੋਵੇਗਾ। ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਅੰਦੋਲਨ ਦੇ ਹਾਸਲ ਨੂੰ ਉੱਚੀ ਬੋਲੀ ਤੇ ਵੇਚਣ ਵਰਗਾ ਹੋਵੇਗਾ। ਤੁਸੀਂ ਸਿਆਸਤਦਾਨਾਂ ਦੇ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੇ ਸੀ ਅਤੇ ਹੁਣ ਤੁਸੀਂ ਆਪਣੇ ਨਵੇਂ ਬੌਸ ਅਰਵਿੰਦ ਕੇਜਰੀਵਾਲ ਦੇ ਹੇਠਾਂ ਕੰਮ ਕਰੋਗੇ। ਕਿਸਾਨ ਲੀਡਰਾਂ ਨੇ ਕਿਸਾਨਾਂ ਨੂੰ ਕੇਜਰੀਵਾਲ ਦੇ ਕੋਲ ਵੇਚਿਆ। ਬੀਜੇਪੀ ਸਾਨੂੰ ਪੂੰਜੀਪਤੀਆਂ ਦੇ ਕੋਲ ਵੇਚ ਰਹੀ ਸੀ ਅਤੇ ਹੁਣ ਤਥਾ ਕਥਿਤ ਕਿਸਾਨ ਸਿਆਸੀ ਫਾਇਦੇ ਲਈ ਕਿਸਾਨਾਂ ਨੂੰ ਵੇਚ ਰਹੇ ਨੇ। ਸੋ ਲਗਾਤਾਰ ਕਾਂਗਰਸੀ ਆਗੂਆਂ ਦੇ ਵੱਲੋਂ ਇਸ ਸਿਆਸੀ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਯੋਗਿੰਦਰ ਯਾਦਵ ਨੇ ਵੀ ਸਵਾਲ ਚੁੱਕੇ ਨੇ। ਪੰਜਾਬ ਚੋਣਾਂ ਲੜਨ ਵਾਲੇ ਕਿਸਾਨ ਲੀਡਰਾਂ ਨੂੰ ਯਾਦਵ ਦੇ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਕੀ ਤੁਸੀਂ ਅੰਦੋਲਨ ਦਾ ਰਲੇਵਾਂ ਆਮ ਆਦਮੀ ਪਾਰਟੀ ਦੇ ਵਿੱਚ ਕਰ ਰਹੇ ਹੋ? ਚਡੂਨੀ ਦੇ ਚੋਣਾਂ ਲੜਨ ਦੇ ਐਲਾਨ ਦਾ ਵਿਰੋਧ ਕਰਨ ਵਾਲੇ ਹੁਣ ਖੁਦ ਚੋਣਾਂ ਲੜ ਰਹੇ ਨੇ। ਕੀ ਵੱਖਰੀਆਂ ਜਥੇਬੰਦੀਆਂ ਇੱਕ ਚੋਣ ਨਿਸ਼ਾਨ ਤੇ ਚੋਣਾਂ ਲੜਨਗੀਆਂ? ਕਿਉਂਕਿ ਕਈ ਜਥੇਬੰਦੀਆਂ ਦੇ ਸਿਆਸੀ ਪਾਰਟੀਆਂ ਦੇ ਨਾਲ ਪੁਰਾਣੇ ਸਬੰਧ ਰਹੇ। ਯੋਗਿੰਦਰ ਯਾਦਵ ਜਿਹੜੇ ਕਿ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਹੀ ਹੁਣ ਇਸ ਸਿਆਸੀ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਸਿੱਧੇ ਤੌਰ ਤੇ ਕਈ ਸਵਾਲ ਕੀਤੇ ਗਏ ਨੇ।
हमें कई सवालों का भी जवाब नहीं मिला है। जवाब इसका नहीं मिला है कि क्या ये सभी संगठन मिलके अपना कोई नया सिंबल लेंगे तो वो कैसे बनेगा, या कि इनमें से कई संगठन जो कि अलग अलग पार्टियों से संबद्ध रहे हैं, किसान संगठन, वो मिलके करेंगे। अगर वो करेंगे तो बाकी लोग जिनकी किसी राजनीतिक पार्टी से संबंध नहीं है, वो किस नाम से लड़ेंगे, इसका जवाब भी नहीं मिला है। जवाब इसका भी नहीं मिला है कि क्या बाकी संगठन इंडिपेंडेंट लड़ेंगे या कि किसी पार्टी से लड़ेंगे, क्योंकि कई दिन से बातचीत ये चले जा रही है कि किसी पार्टी में जाके उसके साथ समझौता करेंगे, पार्टी से समझौता करेंगे, गठबंधन करेंगे। लेकिन गठबंधन करते वक्त क्या उस पार्टी के टिकट पे चुनाव लड़ा जाएगा? अगर टिकट पे चुनाव लड़ते हैं तो भाई फिर गठबंधन कैसा है? क्योंकि एक बार अगर आप किसी पार्टी के टिकट पे चुनाव लड़ लो तो देश के कानून के हिसाब से आप उस पार्टी के सदस्य हो और पार्टी के नेतृत्व के गुलाम हो। वो पार्टी अगले 5 साल तक जो जो आपको ऑर्डर करेगी वो आपको करना पड़ेगा। तो ये तो गठबंधन नहीं हुआ। इन सब सवालों का अभी जवाब नहीं मिला है। उम्मीद है आने वाले कुछ दिनों में जवाब इसका मिलेगा। क्या हम सत्ता का चरित्र बदल पाएंगे? अगर आंदोलन आगे बढ़ता है, अगर हमारे मुद्दे आगे बढ़ते हैं और अगर सत्ता का चरित्र बदलने की गुंजाइश होती है तो जरूर चुनावी में हिस्सा लेके, कैंडिडेट दे के खड़ा होना चाहिए। लेकिन अगर नहीं होता तो इससे बचना चाहिए। दुधारी तलवार है, दोनों तरफ से काट सकती है। वक्त से पहले, बिना तैयारी के, गलत समय पे यदि आप चुनाव में उतर जाएंगे तो आप आंदोलन का फायदे के बजाय नुकसान कर सकते हैं। आंदोलन में चुनाव की बात आज पहली बार नहीं हुई है। पिछले 1 साल से मैं सब बातें सुन रहा हूं। गुरनाम चढ़ूनी जी ने काफी समय पहले बिल्कुल अपनी स्पष्ट बात कह दी थी। बाकी उनके बातों से मेरा मतभेद है, हो सकता है, लेकिन एक सिफत है जी उनकी कि वो बिल्कुल क्लियरली, ओपनली, पब्लिकली उन्होंने शुरू में कह दिया था जी हम तो पार्टी इलेक्शन लड़ेंगे, पार्टी बनाएंगे, बस हम इंतजार कर रहे हैं ये आंदोलन खत्म होने का। हमने इलेक्शन लड़ना है, पार्टी बनानी है। उन्होंने पहले दिन से कह रखा। उसके बारे में अलग अलग राय थी और मुझे ध्यान है पंजाब के संगठनों में कई जिन नेताओं को मैंने प्रेस कॉन्फ्रेंस में देखा, वो सब तो उन दिनों कहते थे कि ये पार्टी की सोच कैसे सकते हैं, ये पॉलिटिक्स यहाँ पे करते हैं, हम इनको सजा देंगे। उनको सजा वजा भी दी गई थी इन सब चक्कर में। मुझे बड़ी हैरानी हुई कि गुरनाम सिंह को पार्टी बनाने के लिए सजा देने वाले लोग कल खुद वही घोषणा कर रहे थे। कई, सब ने, कुछ लोगों ने काम किया। अगर ये सारे मोर्चा की भूमिका सिर्फ इसकी भूमिका है कि अंततः आम आदमी पार्टी के साथ अलायंस किया जाए, और जैसे मैंने पूछा शुरू में भी, अलायंस का मतलब क्या होगा? अगर कोई पार्टी अलायंस करती है तब तो समझ आता है कि वो पार्टी अपने टिकट पे लड़ेगी, उसका अलायंस पार्टनर अपने टिकट पे लड़ेगा। दोनों ने अलायंस किया है, जैसे देश में कई जगह पे, जैसे अकाली बीजेपी का हुआ करता था। लेकिन जिनकी पार्टी नहीं है और दूसरा जो पार्टी है उसका अलायंस कैसे होगा? किस सिंबल पे चुनाव लड़ा जाएगा? जिनकी पार्टी नहीं है, किसान आंदोलन, और अगले 2 महीने में पार्टी बनने नहीं वाली। पार्टी बनाने के लिए जितनी लंबी प्रक्रिया है, कम से कम 2-3 महीना लग जाते हैं, और कोई फच्चर लगा दे तो 6 महीने एकदम लग जाते हैं। तो अगर पार्टी नहीं है किसान संगठनों की, तो किस चुनाव चिन्ह पे चुनाव लड़ेंगे? क्या वो इंडिपेंडेंट की तरह चुनाव लड़ेंगे? इंडिपेंडेंट लड़ेंगे तो क्या सक्सेसफुल हो पाएंगे? और अगर इंडिपेंडेंट नहीं, किसी पार्टी के सिंबल पे लड़ेंगे तो वो कौन सी पार्टी का सिंबल होगा? और अगर वो वही है, बड़ी पार्टी, आम आदमी पार्टी, तो फिर आप क्या आंदोलन का विलय आम आदमी पार्टी में कर रहे हो? ये बड़ा सवाल है, जिस सवाल का बिल्कुल ईमानदार, साफ जवाब मिलना अभी बाकी है कि संगठन तो किसाਨਾਂ ਦੇ ਸਿਆਸੀ ਮੋਰਚੇ ਦੇ ਐਲਾਨ ਤੋਂ ਬਾਅਦ ਚ ਹੁਣ ਸਿਆਸਤ ਵੀ ਸੂਬੇ ਦੀ ਗਰਮਾਉਂਦੀ ਹੋਈ ਨਜ਼ਰ ਆ ਰਹੀ, ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਯੋਗਿੰਦਰ ਯਾਦਵ ਨੇ ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਦਾ ਸਿੱਧੇ ਤੌਰ ਤੇ ਵਿਰੋਧ ਕੀਤਾ ਹੈ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਤੁਸੀਂ ਅੰਦੋਲਨ ਦਾ ਰੜੇਵਾਂ ਆਮ ਆਦਮੀ ਪਾਰਟੀ ਦੇ ਵਿੱਚ ਕਰ ਰਹੇ ਹੋ। ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਇੱਕ ਸਿਆਸੀ ਪਾਰਟੀ ਹੈ, ਪਰ ਕਿਸਾਨਾਂ ਦੇ ਵੱਲੋਂ ਮੋਰਚੇ ਦਾ ਗਠਨ ਕੀਤਾ ਗਿਆ, ਫਿਰ ਮੋਰਚੇ ਦਾ ਇੱਕ ਪਾਰਟੀ ਦੇ ਨਾਲ ਅਲਾਇੰਸ ਗੱਠਜੋੜ ਕਿਵੇਂ ਹੋਵੇਗਾ? ਫਿਰ ਕਿਹੜੇ ਚੋਣ ਚਿੰਨ੍ਹ ਤੇ ਕਿਹੜੇ ਚੋਣ ਨਿਸ਼ਾਨ ਤੇ ਚੋਣ ਲੜੀ ਜਾਵੇਗੀ? ਕੀ ਵੱਖਰੀਆਂ ਜਥੇਬੰਦੀਆਂ ਇੱਕ ਚੋਣ ਨਿਸ਼ਾਨ ਤੇ ਚੋਣਾਂ ਲੜਨਗੀਆਂ? ਕਿਉਂਕਿ ਕਈ ਜਥੇਬੰਦੀਆਂ ਦੇ ਸਿਆਸੀ ਪਾਰਟੀਆਂ ਦੇ ਨਾਲ
ਪੁਰਾਣੇ ਸਬੰਧ ਨੇ। ਨਾਲ ਹੀ ਜੋਗਿੰਦਰ ਯਾਦਵ ਨੇ ਕਿਹਾ ਕਿ ਇਸ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਦੇ ਨਾਲ ਅੰਦੋਲਨ ਨੂੰ ਫਾਇਦਾ ਨਹੀਂ ਨੁਕਸਾਨ ਹੋਵੇਗਾ। ਸੋ ਸਿੱਧੇ ਤੌਰ ਤੇ 22 ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਦਾ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਤੁਹਾਨੂੰ ਨਾਲ ਹੀ ਕੱਲ੍ਹ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ 22 ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਜਾਂਦਾ ਹੈ। ਨਾਲ ਇਹ ਵੀ ਕਿਹਾ ਜਾਂਦਾ ਕਿ 117 ਸੀਟਾਂ ਤੇ ਚੋਣਾਂ ਲੜਨ ਦੇ ਲਈ ਤਿਆਰ ਨੇ ਤੇ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਕਿਤੇ ਨਾ ਕਿਤੇ ਤਰਕ ਆਧਾਰ ਹੀ ਬਣਾਇਆ ਜਾ ਰਿਹਾ। ਇਹੀ ਸੰਭਾਵਨਾ ਹੀ ਕਿਆਸਾਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੋਰਚੇ ਦਾ ਗੱਠਜੋੜ ਆਮ ਆਦਮੀ ਪਾਰਟੀ ਨਾਲ ਹੋਵੇਗਾ। ਹਾਲਾਂਕਿ ਫਿਲਹਾਲ ਸੰਯੁਕਤ ਸਮਾਜ ਮੋਰਚੇ ਦੇ ਆਗੂ ਇਹਨਾਂ ਖਬਰਾਂ ਦਾ ਅਜਿਹੀਆਂ ਸੰਭਾਵਨਾਵਾਂ ਦਾ ਖੰਡਨ ਕਰ ਰਹੇ ਨੇ, ਇਹਨਾਂ ਨੂੰ ਰੱਦ ਕਰ ਰਹੇ ਨੇ। ਪਰ ਹਰ ਪਾਰਟੀ ਦੇ ਵੱਲੋਂ ਹੁਣ ਜ਼ਿਕਰ ਆਮ ਆਦਮੀ ਪਾਰਟੀ ਨੂੰ ਲੈ ਕੇ ਕੀਤਾ ਜਾ ਰਿਹਾ। ਇਹ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹਨਾਂ ਦਾ ਅਲਾਇੰਸ ਆਮ ਆਦਮੀ ਪਾਰਟੀ ਦੇ ਨਾਲ ਹੋਵੇਗਾ। ਸੋ ਲਗਾਤਾਰ ਇਸ ਫੈਸਲੇ ਤੋਂ ਬਾਅਦ ਜਿੱਥੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ, ਵਿਰੋਧ ਕੀਤਾ ਜਾ ਰਿਹਾ 22 ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਦਾ, ਉੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ। ਜੋਗਿੰਦਰ ਯਾਦਵ ਨੇ ਸਿੱਧੇ ਤੌਰ ਤੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਗੁਰਨਾਮ ਚਡੂਨੀ ਦੇ ਚੋਣਾਂ ਲੜਨ ਦੇ ਐਲਾਨ ਦਾ ਵਿਰੋਧ ਕਰਨ ਵਾਲੇ ਹੁਣ ਖੁਦ ਚੋਣਾਂ ਲੜ ਰਹੇ ਨੇ। ਸੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਨਵੀਆਂ ਸੰਭਾਵਨਾਵਾਂ ਲੈ ਕੇ, ਕਿਉਂਕਿ ਜ਼ਿਕਰ ਹੋ ਰਿਹਾ ਆਮ ਆਦਮੀ ਪਾਰਟੀ ਦਾ, ਚਰਚਾਵਾਂ ਹੋ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋ ਸਕਦਾ ਹੈ ਤੇ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਇਸ਼ਾਰਿਆਂ ਦੇ ਵਿੱਚ ਕਾਫੀ ਕੁਝ ਬਿਆਨ ਕਰ ਦਿੱਤਾ ਗਿਆ। 117 ਸੀਟਾਂ ਤੇ ਕਿਸਾਨ ਲੜਨਗੇ ਜਾਂ ਫਿਰ ਆਮ ਆਦਮੀ ਪਾਰਟੀ ਨਾਲ, ਕਿਉਂਕਿ ਆਮ ਆਦਮੀ ਪਾਰਟੀ ਦੇ ਸੋਰਸ ਜਾਣਕਾਰੀ ਦੇ ਰਹੇ ਕਿ ਗੱਲਬਾਤ ਚੱਲ ਰਹੀ ਹੈ, ਬਲਬੀਰ ਸਿੰਘ ਰਾਜੇਵਾਲ ਨੂੰ ਚਿਹਰਾ ਬਣਾਇਆ ਜਾਏਗਾ ਔਰ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋ ਜਾਏਗਾ। ਰਾਜੇਵਾਲ ਸਾਡਾ ਪ੍ਰਧਾਨ ਹੈ, ਅਸੀਂ ਤੁਹਾਡੇ ਸਾਹਮਣੇ ਚੁਣਤਾ, ਠੀਕ ਹੈ ਨਾ ਗੱਲ। ਤੇ ਅਸੀਂ ਹਜੇ 117 ਤੇ ਲੜਾਂਗੇ, ਠੀਕ ਹੈ। ਕੋਈ ਸਾਡੇ ਕੋਲੇ ਆਉਂਦਾ ਹੈ, ਕੋਈ ਵੀ ਆਉਂਦਾ ਹੈ, ਸੋਚਾਂਗੇ ਜਥੇਬੰਦੀਆਂ ਵੀ ਆਉਣਗੀਆਂ, ਸਿਰਫ 8 ਜਥੇਬੰਦੀਆਂ ਤੋਂ ਬਾਹਰ ਰਹਿਣਗੀਆਂ, ਦੂਜਾ ਜਥੇਬੰਦੀਆਂ ਸਾਰੀਆਂ ਵਿੱਚ ਆਉਣਗੀਆਂ। ਉਹ ਬਾਹਰੋਂ ਹਮਾਇਤ ਕਰਨ ਸਾਡੀ ਕਿਵੇਂ ਕਰਨ, ਸਾਰਾ ਕੁਝ ਕਰਨਗੇ। ਲੇਕਿਨ ਕੋਈ ਵੀ ਆਂਦਾ ਫਿਰ ਤਾਂ ਬੀਜੇਪੀ ਆਂਦੀ ਹੈ ਜਾਂ ਅਕਾਲੀ ਦਲ ਆਂਦਾ ਜਾਂ ਕਾਂਗਰਸ ਆਂਦਾ। ਨਾ ਅਕਾਲੀ ਦਲ, ਕਾਂਗਰਸ ਉਹਦੇ ਨਾਲ ਰਲਣਾ, ਖੂਹ ਛਾਲ ਮਾਰਨਾ, ਭਾਰਤੀ ਜਨਤਾ ਪਾਰਟੀ ਨਾਲ ਰਲਣਾ, ਗੱਡੀ ਥੱਲੇ ਆਉਣਾ। ਔਰ ਆਮ ਆਦਮੀ ਪਾਰਟੀ ਦੇਖੋ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਯਾਨੀ ਕਿ ਗੱਲਬਾਤ ਕਿਤੇ ਨਾ ਕਿਤੇ ਚੱਲ ਰਹੀ ਹੈ, ਜੋ ਜਾਣਕਾਰੀ ਦੇ ਰਹੀ ਹੈ। ਰੁਲਦੂ ਸਿੰਘ ਨਾਲ ਨਹੀਂ ਅਜੇ ਤੱਕ ਚੱਲੀ। ਸੋ ਤੁਹਾਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਉਹ ਬਿਆਨ ਵੀ ਸੁਣਾਇਆ। ਕੱਲ ਪੰਕਜ ਕਪਾਈ ਸਾਡੇ ਸਹਿਯੋਗੀ ਦੇ ਵੱਲੋਂ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਸ ਤੋਂ ਇਲਾਵਾ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰੁਲਦੂ ਸਿੰਘ ਮਾਨਸਾ ਇਹ ਤਾਂ ਕਹਿੰਦੇ ਨੇ ਕਿ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਰਲਣਾ ਉਹਨਾਂ ਦੇ ਨਾਲ ਮਿਲਣਾ ਖੂਹ ਦੇ ਵਿੱਚ ਛਾਲ ਮਾਰਨ ਦੇ ਬਰਾਬਰ ਹੈ, ਬੀਜੇਪੀ ਨਾਲ ਰਲਣਾ ਗੱਡੀ ਦੇ ਹੇਠਾਂ ਆਉਣ ਦੇ ਬਰਾਬਰ ਹੈ। ਜਦੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਕਹਿੰਦੇ ਨੇ ਕਿ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿਣਾ। ਤਾਂ ਸਾਫ਼ ਤੌਰ ਤੇ ਸੰਕੇਤ ਤਾਂ ਕਿਤੇ ਨਾ ਕਿਤੇ ਸਾਫ਼ ਤੌਰ ਤੇ ਰੁਲਦੂ ਸਿੰਘ ਮਾਨਸਾ ਵੀ ਦੇ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਬਦਲੇਗੀ, ਕਿਹੜੇ ਸਿਆਸੀ ਸਮੀਕਰਨ ਬਦਲਣਗੇ। ਤੇ ਇਸ ਤੇ ਹੀ ਹੁਣ ਫੈਸਲੇ ਨੂੰ ਲੈ ਕੇ ਜਿੱਥੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਜੋਗਿੰਦਰ ਯਾਦਵ ਨੇ ਸਿੱਧੇ ਤੌਰ ਤੇ ਸਵਾਲ ਚੁੱਕੇ ਨੇ ਤੇ ਸਵਾਲ ਕੀਤਾ ਇਹਨਾਂ 22 ਕਿਸਾਨ ਜਥੇਬੰਦੀਆਂ ਨੂੰ ਕਿ ਤੁਸੀਂ ਅੰਦੋਲਨ ਦਾ ਰਲੇਵਾਂ ਆਮ ਆਦਮੀ ਪਾਰਟੀ ਦੇ ਵਿੱਚ ਕਰ ਰਹੇ ਹੋ। ਚਡੂਨੀ ਦੇ ਚੋਣਾਂ ਲੜਨ ਦੇ ਐਲਾਨ ਦਾ ਵਿਰੋਧ ਕਰਨ ਵਾਲੇ ਹੁਣ ਖੁਦ ਚੋਣਾਂ ਲੜ ਰਹੇ ਨੇ, ਕਿਉਂਕਿ ਗੁਰਨਾਮ ਚਡੂਨੀ ਇਸ ਤੋਂ ਪਹਿਲਾਂ ਹੀ ਬਿਲਕੁਲ ਸਿਆਸੀ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਨੇ। ਉਧਰ ਕਿਸਾਨਾਂ ਦੇ ਚੋਣਾਂ ਲੜਨ ਦੇ ਐਲਾਨ ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣ ਲੜਨਾ ਕਿਸਾਨਾਂ ਦਾ ਹੱਕ ਹੈ, ਕਿਸਾਨਾਂ ਨੂੰ ਮੈਂ ਪਹਿਲਾਂ ਹੀ ਚੋਣਾਂ ਲੜਨ ਦੇ ਲਈ ਕਿਹਾ ਸੀਗਾ। ਨਵਜੋਤ ਸਿੰਘ ਸਿੱਧੂ ਹਾਲਾਂਕਿ ਕਿਤੇ ਨਾ ਕਿਤੇ ਇਸ ਫੈਸਲੇ ਦਾ, ਇਸ ਐਲਾਨ ਦਾ ਸਮਰਥਨ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਹ ਬਿਆਨ ਸਾਹਮਣੇ ਆਇਆ। ਹਾਲਾਂਕਿ ਉਹਨਾਂ ਦੇ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਜਾ ਰਿਹਾ, ਹਾਲਾਂਕਿ ਬਾਕੀ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ, ਚਾਹੇ ਕਿ ਰਵਨੀਤ ਬਿੱਟੂ ਦੀ ਗੱਲ ਹੋਵੇ, ਚਾਹੇ ਬਰਿੰਦਰ ਢਿੱਲੋਂ ਦੀ ਗੱਲ ਹੋਵੇ। ਪਰ ਸਿੱਧੂ ਕਹਿੰਦੇ ਨੇ ਕਿ ਚੋਣ ਲੜਨਾ ਕਿਸਾਨਾਂ ਦਾ ਹੱਕ ਹੈ, ਕਿਸਾਨਾਂ ਨੂੰ ਮੈਂ ਪਹਿਲਾਂ ਹੀ ਚੋਣਾਂ ਲੜਨ ਬਾਰੇ ਕਿਹਾ ਸੀ। ਦੇਖੋ ਮੇਰੇ ਮਨ ਦੇ ਵਿੱਚ ਬਾਬੇ ਨਾਨਕ ਦੇ ਕਿੱਤੇ ਦੇ ਲਈ ਸਭ ਤੋਂ ਵੱਡਾ ਸਨਮਾਨ ਹੈ, ਇਹ ਉਹਨਾਂ ਦਾ ਹੱਕ ਹੈ। ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾ ਪੋਲੀਟੀਸ਼ੀਅਨ ਕੌਣ ਸੀ? ਬੰਦ ਕਰਾ ਦੇ ਯਾਰ, ਉਹ ਬੰਦ ਕਰਾ ਦੇ। ਸਭ ਤੋਂ ਪਹਿਲਾ ਪੋਲੀਟੀਸ਼ੀਅਨ ਮੈਂ ਸੀ ਜਿਹੜਾ ਕਹਿੰਦਾ ਸੀਗਾ ਕਿ ਜਾਂ ਤੇ ਤੁਸੀਂ ਆਪਣੀ ਗੱਲ ਪੋਲੀਟੀਕਲ ਮਨਵਾਉਣ ਦੇ ਲਈ ਆਪ ਇਲੈਕਸ਼ਨ ਲੜ ਲਓ ਜਾਂ ਕਿਸੇ ਪਾਰਟੀ ਤੋਂ ਆਪਣੀ ਗੱਲ ਮਨਵਾ ਲਓ, ਲੇਕਿਨ ਮਕਸਦ ਇੱਕੋ ਹੀ ਹੈ
ਕਿ ਕਿਸਾਨ ਨੂੰ ਇੱਜ਼ਤ ਦੀ ਰੋਟੀ ਮਿਲੇ, ਉਹਦੀ ਘਟ ਰਹੀ ਪ੍ਰੋਡਕਟਿਵਿਟੀ, ਉਹਦੀ ਘਟ ਰਹੀ ਆਮਦਨ ਤੇ ਵੱਧ ਰਹੀ ਲਾਗਤ, ਇਹਨੂੰ ਨੱਥ ਪਵੇ ਔਰ ਕਿਸਾਨ ਨੂੰ MSP ਮਿਲੇ। ਸਾਡੀ ਸਰਕਾਰ ਵੱਲੋਂ ਪੰਜਾਬ ਮਾਡਲ ਬੜਾ ਕਲੀਅਰਲੀ ਇੱਕ ਏਜੰਡਾ ਦੇ ਕੇ ਬੈਠਾ ਹੈ। ਅੱਜ ਤੱਕ ਕਿਸੇ ਪੋਲੀਟੀਸ਼ੀਅਨ ਨੇ, ਨਾ ਹੀ ਹੋਰ ਕਿਸੇ ਨੇ, ਕੋਈ ਏਜੰਡਾ ਨਹੀਂ ਦਿੱਤਾ ਕਿਸਾਨੀ ਨੂੰ ਉਭਾਰਨ ਦਾ। ਮੈਂ